ਨਾਨਕ ਤਿਨਕੋ ਸਤਿਗੁਰ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਲਾਹੀ ਫਰਮਾਨ ਹੈ ਰਾਗ ਆਸਾ ਦੇ ਵਿੱਚ ਔਰ ਅੰਕ 386 ਦੇ ਉੱਪਰ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਊਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰਿ ਹਰਿ ਗਾਈਏ। ਕਿ ਸਤਿਗੁਰਾਂ ਦਾ ਫਰਮਾਨ ਹੈ ਕਿ ਸਾਰਾ दिन 24 घंटे 8 पैर ऐसी प्रीत करो मन मेरे, 8 पहर प्रभ जानो नेरे। 8 पैर प्रभु ਨੂੰ ਆਪਣੇ ਅੰਗ ਸੰਗ ਸਮਝਣਾ ਹੈ, ਆਪਣੀ ਸਿਮਰਤੀ ਚੋਂ ਮਨਫੀ ਨਹੀਂ ਕਰਨਾ ਹੈ। ਲੇਕਿਨ ਸਾਡਾ ਜੋ ਆਚਰਣ ਹੈ ਉਹ ਇਸ ਦੇ ਨਾਲ ਮੇਲ ਨਹੀਂ ਖਾਂਦਾ ਲੱਗਦਾ ਹੈ। ਜਦੋਂ ਅੰਮ੍ਰਿਤ ਵੇਲੇ ਸੁਬਾਹ ਅਸੀਂ ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਾਠ ਕਰਦੇ ਹਾਂ, ਤਾਂ ਉਪਰੰਤ ਅਰਦਾਸ ਕਰਦੇ ਹਾਂ, ਉਪਰੰਤ ਫਤਿਹ ਬੁਲਾਉਂਦੇ ਹਾਂ, ਤਾਂ ਉਸ ਵਕਤ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਹੀ ਅਸੀਂ ਵਾਹਿਗੁਰੂ ਨੂੰ ਫਤਿਹ ਬੁਲਾ ਰਹੇ ਹਾਂ ਕਿ ਇਹ ਅਕਾਲ ਪੁਰਖ, ਸਾਡੇ ਕੋਲ ਇੰਨਾ ਹੀ ਟਾਈਮ ਸੀ, ਇੰਨਾ ਹੀ ਵਕਤ ਸੀ, ਅਸੀਂ ਤੇਰੇ ਨਾਲ ਬਿਤਾ ਲਿਆ, ਤੇਰਾ ਪਾਠ ਕਰ ਲਿਆ, ਸਿਮਰਨ ਕਰ ਲਈ, ਸਾਧਨਾ ਕਰ ਲਈ ਹੈ। ਹੁਣ ਤੂੰ ਆਪਣੇ ਰਾਹ ਪਏ, ਅਸੀਂ ਆਪਣੇ ਰਾਹ ਪੈਂਦੇ ਹਾਂ। ਅਸੀਂ ਮਾਇਆ ਦੇ ਜਿਹੜੇ ਆਪਣੇ ਕਾਰ ਵਿਹਾਰ ਹਨ ਉਹਨਾਂ 'ਚ ਖਚਿਤ ਹੋਣਾ ਹੈ। ਹੁਣ ਅਸੀਂ ਤੈਨੂੰ ਯਾਦ ਨਹੀਂ ਕਰ ਸਕਦੇ। ਪਰ ਰਾਗ ਆਸਾ ਵਿੱਚ ਸਤਿਗੁਰਾਂ ਦਾ ਤਾਂ ਫਰਮਾਨ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਤਾਂ ਇਹ ਜਗਿਆਸੂ ਪੁੱਛ ਸਕਦੇ ਹਨ, ਸਵਾਲ ਕਰ ਸਕਦੇ ਹਨ ਕਿ ਇਹ ਕਿਸ ਤਰ੍ਹਾਂ ਗ੍ਰਸਤੀ ਆਦਮੀ ਦੇ ਲਈ ਪੋਸੀਬਲ ਹੈ, ਸੰਭਵ ਹੈ ਕਿ ਉਹ ਸਾਸ ਸਾਸ ਪਰਮਾਤਮਾ ਦੀ ਆਰਾਧਨਾ ਕਰ ਸਕੇ। ਲੇਕਿਨ ਅਗਰ ਅਸੀਂ ਗਹਿਰਾ ਅਧਿਐਨ ਕਰਾਂਗੇ ਗੁਰਬਾਣੀ ਦਾ, ਤਾਂ ਗੁਰਬਾਣੀ ਬਾਰ-ਬਾਰ ਸਾਨੂੰ ਜੁਗਤਾਂ ਦੱਸਦੀ ਹੈ। ਕੀ ਦੱਸਦੀ ਹੈ ਜੁਗਤਾਂ? ਕਿ ਨਾਨਕ ਸਤਿਗੁਰ ਭੇਟਿਆ, ਰਾਗ ਗੁਜਰੀ ਮਹੱਲਾ ਪੰਜਵਾਂ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ। ਸਤਿਗੁਰੂ ਦਾ ਉਪਦੇਸ਼ ਜਿਹੜਾ ਅੱਛੀ ਤਰ੍ਹਾਂ ਗਹਿਰਾਈ ਦੇ ਨਾਲ ਅਸੀਂ ਵਿਚਾਰ ਕਰਾਂਗੇ ਤਾਂ ਇਹ ਜੁਗਤ ਸਾਨੂੰ ਪੂਰੀ ਤਰ੍ਹਾਂ ਸਮਝ ਲੱਗ ਜਾਏਗੀ। ਕੀ ਜੁਗਤ ਹੈ? ਕਿ ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਏ ਮੁਕਤ। ਕਿ ਕਾਰ ਵਿਹਾਰ ਕਰਦਿਆਂ ਹੀ ਅਸੀਂ ਸਾਧਨਾ ਕਰ ਸਕਦੇ ਹਾਂ, ਅਸੀਂ ਪਰਮਾਤਮਾ ਨਾਲ ਜੁੜ ਸਕਦੇ ਹਾਂ। ਤਾਂ ਇਸ ਦੇ ਲਈ ਜੋ ਜੁਗਤ ਹੈ, ਪਹਿਲਾਂ ਸੁਖਮਨੀ ਦੇ ਸਤਿਗੁਰੂ ਫਰਮਾਉਂਦੇ ਹਨ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਿ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਲਈ ਸੁਬਾਹ ਅੰਮ੍ਰਿਤ ਵੇਲੇ ਬੈਠਣਾ ਹੈ, ਸਾਡੇ ਜੋ ਰਸਨਾ ਹੈ ਉਸਨੇ ਹੀ ਸਤਿਗੁਰੂ ਦੇ ਪਾਵਨ ਬਚਨ ਜੋ ਹਨ ਬੋਲਣੇ ਹਨ। ਲੇਕਿਨ ਸਾਡਾ ਜੋ ਸਰਵਨ ਹਨ, ਸਾਡਾ ਜੋ ਮਨ ਹੈ, ਆਤਮਾ ਹੈ, ਉਹਨਾਂ ਨੂੰ ਪੂਰੀ ਸਾਵਧਾਨੀ ਨਾਲ ਸੁਣੇ ਔਰ ਇੱਕ ਵੀ ਸਤਿਗੁਰੂ ਦਾ ਬਚਨ ਸਾਡੀ ਸਿਮਰਤੀ 'ਚ ਮਨਫੀ ਨਾ ਹੋਵੇ। ਸੋ ਇਹ ਜੁਗਤ ਸਤਿਗੁਰੂ ਕਹਿੰਦੇ ਹਨ ਕਿ ਤੁਸੀਂ ਬਾਕੀ ਜੋ ਸਾਰਾ ਦਿਨ ਕਾਰ ਵਿਹਾਰ ਕਰਨਾ ਹੈ, ਇਹ ਜੁਗਤ ਅਗਰ ਉੱਥੇ ਅਮਲ 'ਚ ਲਿਆਓਗੇ ਤਾਂ ਤੁਸੀਂ ਚਿੱਤੇ ਪੈਰ ਸਤਿਗੁਰੂ ਨੂੰ ਸਰਵਣ ਕਰ ਸਕਦੇ ਹੋ, ਸਤਿਗੁਰੂ ਦਾ ਸਿਮਰਨ ਕਰ ਸਕਦੇ ਹੋ, ਸਤਿਗੁਰੂ ਦੀ ਆਰਾਧਨਾ ਕਰ ਸਕਦੇ ਹੋ, ਸਤਿਗੁਰੂ ਦੇ ਨਾਲ ਜੁੜੇ ਰਹਿ ਸਕਦੇ ਹੋ। ਤਾਂ ਕਿਸ ਤਰ੍ਹਾਂ? ਤਾਂ ਅਸੀਂ ਖਾਣਾ ਖਾਣ ਲੱਗੇ ਹਾਂ, ਇਹ ਸੰਸਾਰੀ ਕਰਮ ਹੈ। ਉਸ ਵਕਤ ਅਸੀਂ ਆਪਣੇ ਮਨ ਨੂੰ ਉੱਥੇ ਉਪਲਬਧ ਕਰਨਾ ਹੈ। ਅਸੀਂ ਖਾਣੇ ਦੇ ਕੋਲ ਰੱਸੇ ਦੇ ਨਾਲ ਆਪਣੇ ਮਨ ਨੂੰ ਬੰਨ੍ਹ ਲੈਣਾ ਹੈ। ਜਿਹੜਾ ਸਾਡਾ ਮਨ ਹੈ, ਜਿਹਦੇ ਹਰ ਸੈਕਿੰਡ 7 ਸੈਕਿੰਡ ਦੇ ਵਿੱਚ ਇੱਕ ਨਵਾਂ ਖਿਆਲ ਉਪਜਦਾ ਹੈ, ਉਹ ਖਿਆਲ ਜਿਹੜੇ ਹਨ ਉਹਨਾਂ ਨੂੰ ਖਤਮ ਕਰਕੇ ਸਿਰਫ ਅਸੀਂ ਆਪਣੇ ਜੋ ਖਾਣਾ ਹੈ ਉਹਦੀ ਜਿਹੜੀ ਗਹਿਰਾਈ 'ਚ ਉਹਦੇ ਬਾਰੇ ਵਿਚਾਰ ਕਰਨਾ ਹੈ। ਉਹਦਾ ਜੋ ਅਰੋਮਾ ਹੈ, ਉਹਦਾ ਜੋ ਟੇਸਟ ਹੈ, ਉਹਦੀ ਜੋ ਸੁਗੰਧੀ ਹੈ, ਉਸ ਨੂੰ ਮਾਨਣਾ ਹੈ। ਇੱਕ ਇੱਕ ਗੁਰਾਹੀ ਨੂੰ
ਜਦੋਂ ਅਸੀਂ ਆਹਿਸਤਾ ਆਹਿਸਤਾ ਮੰਨਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਕੈਸਾ ਅੰਮ੍ਰਿਤ ਹੈ। ਔਰ ਸਤਿਗੁਰਾਂ ਦਾ ਫਰਮਾਨ ਹੈ ਕਿ ਜੈਸੇ ਭੁੱਖੇ ਪ੍ਰੀਤ ਅਨਾਜ, ਜਿਵੇਂ ਭੁੱਖਿਆਂ ਨੂੰ ਭੋਜਨ ਤੜਪਾ ਦਿੰਦਾ ਹੈ, ਅਸੀਂ ਮਹਿਸੂਸ ਕਰੀਏ ਉਸ ਵਕਤ ਬੈਠੇ ਹਾਂ ਉੱਥੇ ਕਿ ਅਸੀਂ 3-4 ਦਿਨ ਦੇ ਭੁੱਖੇ ਹਾਂ ਔਰ ਸਾਨੂੰ ਇੱਕ ਗਰਾਹੀ ਵੀ, ਇੱਕ ਨਵਾਲਾ ਵੀ ਸਾਡੇ ਮੂੰਹ ਦੇ ਵਿੱਚ ਨਸੀਬ ਨਹੀਂ ਹੋਇਆ, ਤਾਂ ਉਸ ਵਕਤ ਅਸੀਂ ਤੜਪਾਂਗੇ ਕਿ ਇੱਕ ਬੁਰਕੀ ਵੀ, ਸਾਨੂੰ ਸੁੱਕੀ ਰੋਟੀ ਵੀ ਅਚਾਰ ਨਾਲ ਮਿਲ ਜਾਏ ਤਾਂ ਇਹ ਸਾਡੇ ਲਈ ਅੰਮ੍ਰਿਤ ਬਣ ਜਾਏਗੀ। ਤਾਂ ਇਹ ਮਹਿਸੂਸ ਕਰੀਏ ਕਿ ਫੂਡ ਜਿਹੜਾ ਸਾਡਾ ਲਾਈਫ ਸਪੋਰਟ ਹੈ, ਇਹਦੇ ਨਾਲ ਹੀ ਸਾਡਾ ਜੋ ਖੂਨ ਹੈ, ਸਾਡਾ ਜੋ ਮਾਸ ਹੈ, ਚੰਮ ਹੈ, ਬਣਿਆ ਹੈ। ਔਰ ਅਗਰ ਇਹ ਸਾਡੇ ਕੋਲ ਉਪਲਬਧ ਨਾ ਹੋਵੇ ਤਾਂ ਕਿੱਡੀ ਵੱਡੀ ਘਾਟ ਮਹਿਸੂਸ ਹੋਏਗੀ। ਸੋ ਇਹ ਵਿਚਾਰ ਕਰਦਿਆਂ ਹੀ ਇਹ ਖਾਣੇ ਦੇ ਪਿੱਛੇ ਕੌਣ ਹੈ ਜਿਹਨੇ ਸਾਨੂੰ ਇਹ ਉਪਲਬਧ ਕਰਵਾਇਆ ਹੈ, ਉਹ ਦਾਤਾਰ ਜੋ ਹੈ, ਪਰਮਾਤਮਾ ਜੋ ਹੈ, ਉਹ ਵੀ ਸਾਨੂੰ ਯਾਦ ਆਉਣਾ ਚਾਹੀਦਾ ਹੈ। ਔਰ ਉਹਦੇ ਅੱਗੇ ਸਾਡਾ ਮਨ ਜੋ ਹੈ ਮਸ਼ਕੂਰਤਾ ਦੀ ਧੰਨਵਾਦ ਦੀ ਅਵਸਥਾ ਦੇ ਵਿੱਚ ਨਤਮਸਤਕ ਹੋ ਜਾਣਾ ਚਾਹੀਦਾ ਹੈ। ਔਰ ਉਸ ਵਕਤ ਪਰਮਾਤਮਾ ਦੀਆਂ ਜੋ ਇਹ ਰਹਿਮਤਾਂ ਹਨ, ਅੰਮ੍ਰਿਤਮਈ ਜੋ ਸ਼ਕਤੀ, ਜੋ ਭੋਜਨ ਪ੍ਰਕਾਰ ਦੇ ਸਾਨੂੰ ਬਖਸ਼ੇ ਹਨ, ਉਹਦੇ ਬਾਰੇ ਜਦੋਂ ਸਾਨੂੰ ਅਹਿਮੀਅਤ ਪਤਾ ਲੱਗੇਗੀ ਤਾਂ ਉਸ ਵਕਤ ਵੀ ਅਸੀਂ ਪਰਮਾਤਮਾ ਨਾਲ ਜੁੜਾਂਗੇ, ਪਰਮਾਤਮਾ ਦੀ ਸਾਧਨਾ ਤੇ ਆਰਾਧਨਾ ਕਰਾਂਗੇ। ਲੇਕਿਨ ਅਸੀਂ ਇਹ ਅੰਮ੍ਰਿਤਮਈ ਜੋ ਭੋਜਨ ਹੈ ਜਦੋਂ ਖਾਂਦੇ ਹਾਂ, ਟੀਵੀ ਵੇਖਦੇ ਹਾਂ, ਡਰਾਮੇ ਦੇਖਦੇ ਹਾਂ ਉਸ ਵਕਤ, ਔਰ ਸਾਨੂੰ ਇਹਦੀ ਕੋਈ ਅਹਿਮੀਅਤ ਮਹਿਸੂਸ ਨਹੀਂ ਹੁੰਦੀ, ਤਾਂ ਉਹਦੇ ਪਿੱਛੇ ਜੋ ਪਰਮਾਤਮਾ ਹੈ ਉਹਦੀ ਅਹਿਮੀਅਤ ਵੀ ਮਹਿਸੂਸ ਨਹੀਂ ਹੁੰਦੀ। ਜੋ ਅਸੀਂ ਮਾਲਾ ਫਿਰਦੇ ਹਾਂ, ਉਹਦੇ ਮਨਕੇ ਫਿਰਦੇ ਹਾਂ, ਮਾਲਾ ਦੇ ਮਨਕਿਆਂ ਦੀ ਗਿਣਤੀ ਕਰਨੀ ਸੰਸਾਰੀ ਕਰਮ ਹੈ, ਲੇਕਿਨ ਉਹਦੇ ਪਿੱਛੇ ਇੱਕ ਜੋ ਹੈ ਧਾਗਾ ਜੋ ਹੈ ਜਿਸ ਨੇ ਸਾਰੇ ਮਨਕਿਆਂ ਨੂੰ ਬੰਨਿਆ ਹੈ, ਉਹਨੂੰ ਉੱਥੋਂ ਤੱਕ ਪਹੁੰਚਣਾ, ਆਪਣੇ ਮਨ ਨੂੰ, ਆਪਣੀ ਖਿਆਲ ਨੂੰ ਲੈ ਜਾਣਾ, ਸਿਮਰਤੀ ਨੂੰ ਲੈ ਜਾਣਾ, ਉਹ ਨਿਰੰਕਾਰੀ ਕਰਮ ਹੈ, ਉਹ ਇੱਕ ਬੰਦਗੀ ਹੈ। ਅਸੀਂ ਗੁਸਲ ਜਾਂਦੇ ਹਾਂ, ਇਸ਼ਨਾਨ ਕਰਨ ਦੇ ਲਈ ਬਾਥਰੂਮ ਜਾਂਦੇ ਹਾਂ, ਤਾਂ ਉਸ ਵਕਤ ਸਾਡਾ ਮਨ ਸਾਵਧਾਨ ਇਕਾਗਰ ਹੋ ਕਰਕੇ ਇਸ਼ਨਾਨ ਦੀ ਕਿਰਿਆ ਨੂੰ ਅਗਰ ਮਾਨੇ, ਔਰ ਜਿਹੜਾ ਜਲ ਸਾਡੇ ਉੱਪਰ ਸਰੀਰ ਤੇ ਪੈਂਦਾ ਹੈ, ਉਹ ਜੋ ਵਿਸਮਾਦਮਈ ਜੋ ਭਾਵਨਾ ਸਾਡੇ ਅੰਦਰ ਪੈਦਾ ਕਰਦਾ ਹੈ, ਔਰ ਸਾਨੂੰ ਜਦੋਂ ਇਹ ਜੋ ਜਲ ਦੀ ਅਹਿਮੀਅਤ ਪਤਾ ਲੱਗਦੀ ਹੈ, ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਇਹ ਜੋ ਜਲ ਹੈ ਆਪਣੇ ਆਪ ਨੂੰ ਗੰਦਾ ਕਰਕੇ ਸਾਨੂੰ ਸਾਫ਼ ਕਰਦਾ ਹੈ। ਔਰ ਤ੍ਰਿਖਾਵੰਤ ਜਲ ਸਿੱਧੀ ਕਾ, ਜਿਵੇਂ 4 ਦਿਨ ਭੁੱਖੇ ਦੀ ਔਰ 2 ਦਿਨ ਪਿਆਸੇ ਦੀ ਜੋ ਅਵਸਥਾ ਹੈ, ਤੁਸੀਂ ਇਮੈਜਿਨ ਕਰੋ, ਉਹਨੂੰ ਪਾਣੀ ਦੀ ਅਹਿਮੀਅਤ ਪਤਾ ਲੱਗੇਗੀ। ਔਰ ਜਿਸ ਨੇ ਇਹ ਜਲ ਸਾਨੂੰ ਪ੍ਰਦਾਨ ਕੀਤਾ ਹੈ, ਸ੍ਰਿਸ਼ਟੀ ਨੂੰ ਪ੍ਰਦਾਨ ਕੀਤਾ ਹੈ, ਇਸ ਦੁਨੀਆ ਨੂੰ, ਸੰਸਾਰ ਨੂੰ ਦਿੱਤਾ ਹੈ, ਔਰ ਇੰਨੀ ਬਹੁਤਾਤ ਵੀ ਦਿੱਤਾ ਹੈ, ਉਹਦਾ ਸ਼ੁਕਰ ਮੂੰਹ ਦੇ ਵਿੱਚੋਂ ਨਿਕਲ ਆਉਂਦਾ ਹੈ। ਔਰ ਉਸ ਵਕਤ ਉਹ ਬੰਦਗੀ ਹੈ, ਉਹ ਆਰਾਧਨਾ ਹੈ, ਉਹ ਸਾਧਨਾ ਹੈ। ਅਸੀਂ ਆਪਣੇ ਦਫ਼ਤਰ ਜਾਂਦੇ ਹਾਂ ਔਰ ਉੱਥੇ ਅਸੀਂ ਕੁਰਸੀ ਦੇਖਦੇ ਹਾਂ ਆਪਣੀ, ਜਿੱਥੇ ਸਾਨੂੰ ਕੁਰਸੀ ਮਿਲੀ ਹੈ, ਤਾਂ ਉਸ ਨੂੰ ਵੇਖ ਕਰਕੇ ਸਾਡੇ ਮਨ 'ਚ ਖਿਆਲ ਆਉਣਾ ਚਾਹੀਦਾ ਹੈ ਕਿ ਸਾਡੇ ਤੋਂ ਕਈ ਵੱਧ ਪੜ੍ਹੇ ਲਿਖੇ ਹਨ, ਲਾਇਕ ਹਨ, ਜ਼ਿਆਦਾ ਕੁਆਲੀਫਾਈਡ ਬੰਦੇ ਹਨ ਜਿਨ੍ਹਾਂ ਨੂੰ ਇਹ ਕੁਰਸੀ ਨਸੀਬ ਨਹੀਂ ਹੋਈ। ਤਾਂ ਇਹ ਜਦੋਂ ਰੱਬ ਦੀ ਰਹਿਮਤ ਦਾ ਪਤਾ ਲੱਗੇਗਾ ਕਿ ਉਸਨੇ ਸਾਨੂੰ ਇਹ ਅਤਾ ਫਰਮਾਈ ਹੈ ਬਖਸ਼ਿਸ਼, ਤਾਂ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਵਾਂਗੇ, ਪਰਮਾਤਮਾ ਦੇ ਸ਼ੁਕਰਗੁਜ਼ਾਰਤਾ ਦੀ ਅਵਸਥਾ ਦੇ ਵਿੱਚ ਨਤਮਸਤਕ ਹੋਵਾਂਗੇ। ਔਰ ਉਸ ਵਕਤ ਸਾਨੂੰ ਵੱਧ ਦਿਆਨਤਦਾਰੀ ਨਾਲ, ਵੱਧ ਐਫੀਸ਼ੀਐਂਸੀ ਦੇ ਨਾਲ, ਕੁਸ਼ਲਤਾ ਦੇ ਨਾਲ ਜੋ ਕੰਮ ਕਰਨਾ ਹੈ ਉਸ ਆਫਿਸ ਦਾ, ਉਹਦੇ ਲਈ ਅਸੀਂ ਉਤਸੁਕ ਹੋਵਾਂਗੇ ਔਰ ਖਲਕਤ ਦੀ ਅੱਛੀ ਸੇਵਾ ਕਰਾਂਗੇ। ਔਰ ਇਹ ਖਲਕਤ ਦੀ ਸੇਵਾ ਕਰਨੀ ਬਹੁਤ ਵੱਡਾ ਰੱਬੀ ਗੁਣ ਹੈ, ਇਬਾਦਤ ਹੈ, ਬੰਦਗੀ ਹੈ, ਭਗਤੀ ਹੈ, ਸਾਧਨਾ ਹੈ, ਆਰਾਧਨਾ ਹੈ। ਔਰ ਇੱਕ ਫਾਊਂਟਨ ਆਫ ਫੇਥ ਕਿਤਾਬ ਹੈ, USA ਦਾ ਆਥਰ ਹੈ ਵਿਲੀਅਮ ਆਰਥਰ ਵਾਰਡ, ਔਰ ਉਹਨੇ ਕਿਹਾ ਹੈ ਕਿ ਅਗਰ ਤੁਸੀਂ ਕਿਸੇ ਬੰਦੇ ਨੂੰ ਦੇਣ ਲਈ ਗਿਫਟ ਰੈਪ ਕੀਤਾ ਹੈ ਔਰ
ਜਦੋਂ ਉਹ ਆਦਮੀ ਆਇਆ ਹੈ ਜਾਂ ਉਹਦੇ ਘਰ ਤੁਸੀਂ ਪਹੁੰਚੇ ਹੋ ਔਰ ਗਿਫਟ ਤੁਸੀਂ ਉਸ ਨੂੰ ਦਿੱਤਾ ਨਹੀਂ ਹੈ, ਤਾਂ ਇਹ ਬਹੁਤ ਇੱਕ ਹੱਦ ਤੱਕ ਹੈ ਗਿਫਟ ਦੇਣ ਦੀ। ਜਿਸ ਤਰ੍ਹਾਂ ਅਸੀਂ ਗੁਰਦੁਆਰੇ ਗਏ ਹਾਂ, ਅਸੀਂ ਕੋਈ ਪੈਸੇ ਭੇਂਟਾ ਚੜਾਉਣੀ ਹੈ, ਲੇਕਿਨ ਅਸੀਂ ਪੈਸੇ ਲੈ ਕੇ ਗਏ ਹਾਂ, ਲੇਕਿਨ ਉਸ ਵਕਤ ਅਸੀਂ ਗੁਰਦੁਆਰੇ ਉਹ ਭੇਂਟਾ ਨਹੀਂ ਕੀਤੇ, ਉਹ ਭੇਂਟ ਨਹੀਂ ਕੀਤੇ, ਤਾਂ ਇਹ ਇੱਕ ਬੜੀ ਵੱਡੀ ਧਾਰਮਿਕ ਭੁੱਲ ਹੈ। ਸੋ ਇੱਦਾਂ ਹੀ ਜਦੋਂ ਅਸੀਂ ਸ਼ੁਕਰਗੁਜ਼ਾਰ ਹਾਂ ਰੱਬ ਦੇ, ਲੇਕਿਨ ਉਹਨੂੰ ਸ਼ੁਕਰਾਨਾ ਨਹੀਂ ਕਰਦੇ ਹਾਂ, ਸਾਡੇ ਮੂੰਹ ਸ਼ੁਕਰ ਨਹੀਂ ਨਿਕਲਦਾ ਹੈ, ਧੰਨਤਾ ਨਹੀਂ ਨਿਕਲਦੀ ਹੈ, ਜੋ ਸਾਡੇ ਕੋਲ ਹੈ ਅਸੀਂ ਉਸ ਨੂੰ ਨਹੀਂ ਦੇਖਦੇ ਹਾਂ। ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹਨ ਉਹਦੇ ਲਈ ਰੱਬ ਅੱਗੇ ਗਿਲਾ ਕਰਦੇ ਹਾਂ। 10 ਵੀ ਨਾ ਲੈ, ਇੱਕ ਵੀ ਹਿਰ ਲੈ, ਤਾਂ ਮੂੜਾ ਮਨ ਕਿਆ ਕਰੇ। ਸੋ ਸਤਿਗੁਰਾਂ ਨੇ ਇਹ ਜੁਗਤਾਂ ਬਖਸ਼ੀਆਂ ਹਨ ਔਰ ਬਹੁਤ ਆਸਾਨ ਜੁਗਤਾਂ ਹਨ ਕਿ ਅਸੀਂ ਹਰ ਕਰਮ ਕਰਦਿਆਂ ਹੀ 24 ਘੰਟੇ ਜੋ ਵੀ ਕਰਮ ਕਰਨਾ ਹੈ ਉਹ ਕਰਦਿਆਂ ਹੋਇਆਂ ਅਸੀਂ ਪਰਮਾਤਮਾ ਦੇ ਜੋ ਰਹਿਮਤਾਂ ਹਨ, ਜੋ ਬੇਅੰਤ ਉਸਨੇ ਬਖਸ਼ਿਸ਼ਾਂ ਕੀਤੀਆਂ ਹਨ। ਔਰ ਜਿਸ ਤਰ੍ਹਾਂ ਕਿ ਗੀਤਾਂਜਲੀ ਦੇ ਵਿੱਚ ਟੈਗੋਰ ਕਹਿੰਦਾ ਹੈ ਕਿ ਹੇ ਅਕਾਲ ਪੁਰਖ, ਤੂੰ ਤਾਂ ਮੈਨੂੰ ਜਿਵੇਂ ਮਾਂ ਮੈਨੂੰ ਦੁੱਧ ਪਿਆਉਂਦੀ ਹੈ, ਉਸ ਤਰ੍ਹਾਂ ਮੇਰਾ ਇੱਕ ਸਾਹ ਬਾਹਰ ਨਿਕਲਦਾ ਹੈ, ਤਾਂ ਉਸੇ ਵਕਤ ਮੇਰਾ ਦੂਸਰਾ ਸਾਹ ਜਿਹੜਾ ਹੈ ਉਹ ਮੈਨੂੰ ਬਖਸ਼ ਦਿੰਦਾ ਹੈ, ਔਰ ਨਾ ਬਖਸ਼ੇ ਤਾਂ ਮੈਂ ਉਸੇ ਵੇਲੇ ਖਾਕ ਹੋ ਜਾਵਾਂ। ਮੈਂ ਤੇਰਾ ਲੱਖ ਲੱਖ ਮਸ਼ਕੂਰ ਹਾਂ, ਲੱਖ ਲੱਖ ਤੇਰੇ ਲਈ ਧੰਨਵਾਦੀ ਹਾਂ। ਸੋ ਇਸ ਤਰ੍ਹਾਂ ਦੀ ਭਾਵਨਾ ਜੇ ਸਾਡੇ ਅੱਗੇ ਉਜਾਗਰ ਹੋਏਗੀ, ਅਸੀਂ ਇੱਕ ਧੰਨਤਾ ਦਾ ਸਰੂਪ ਬਣ ਕੇ ਸਤਿਗੁਰ ਦੇ ਅੱਗੇ ਨਤਮਸਤਕ ਹੋ ਜਾਵਾਂਗੇ, ਤਾਂ ਉਹ ਇੱਕ ਬੰਦਗੀ ਹੈ। 24 ਘੰਟੇ 8 ਪਹਿਰ ਜਿਹੜੀ ਬੰਦਗੀ ਹੈ ਉਹ ਅਸੀਂ ਕਰਨ ਦੇ ਸਮਰੱਥ ਹੋ ਜਾਵਾਂਗੇ। ਔਰ ਜਿਵੇਂ ਰਾਗ ਬਿਲਾਵਲ ਦੇ ਵਿੱਚ ਅੰਕ 820 ਦੇ ਤੇ ਸਤਿਗੁਰੂ ਫਰਮਾਉਂਦੇ ਹਨ ਕਿ ਪ੍ਰਭ ਜੀ ਤੂੰ ਮੇਰੇ ਪ੍ਰਾਣ ਉਦਾਰੇ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਇਸ ਤਰ੍ਹਾਂ ਅਸੀਂ ਇਹ ਪਰਮਾਤਮਾ ਨੂੰ 8 ਪੈਰ ਸੌਂਦਿਆਂ ਜਾਗਦਿਆਂ ਚਿਤਾਰ ਸਕਾਂਗੇ। ਐਸੀ ਅਵਸਥਾ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।